औज़ बिल्लाहि मिनश शैतानिर रजीम बिस्मिल्लाहिर रहमानिर रहीम। अल्लाह जल्ले शानहू दे नाम दे नाल अल्हम्दुलिल्लाहि रब्बिल आलमीन वल आक़िबतुल मुत्तकीन अस्सलातु वस्सलामु अला रसूलिल करीम। दोस्तों अस्सलाम वालेकुम। डॉक्टर नसीर काल हाज़र CNP न्यूज़ ਤੋਂ। ਦੋਸਤੋ ਨਿੱਕੇ ਹੁੰਦਿਆਂ ਤੋਂ ਇੱਕ ਪੜ੍ਹਦੇ ਵੀ ਸਾਂ ਸੁਣਦੇ ਵੀ ਸਾਂ, ਇੱਕ ਕਹਾਵਤ ਸੀ ਕਿ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ। ਜਾਂ ਤੁਸੀਂ ਵੀ ਸਾਰੇ ਦੋਸਤਾਂ ਨੇ ਸੁਣਿਆ ਹੋਣਾ, ਮੇਰੇ ਖਿਆਲ ਨਵਾਜ਼ ਸਾਹਿਬ ਵੀ ਇਸ ਚੀਜ਼ ਨੂੰ ਜਾਣਦੇ ਹੋਣੇ ਆ ਕਿ ਜਿੰਨਾ ਚਿਰ ਤੱਕ ਛਿੱਤਰ ਨਾ ਫਿਰੇ ਲਗਰਾ ਸਿੱਧਾ ਨਹੀਂ ਹੁੰਦਾ। ਅਮਰੀਕਾ ਬਹਾਦਰ ਇਸਰਾਈਲ गिदड़ ਦੇ ਕਹਿਣ ਤੇ ਦੌੜ ਕੇ ਆ ਗਿਆ, ਉਹਨੇ ਬੰਬਾਰੀ ਸ਼ੁਰੂ ਕਰਤੇ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਅਲਟੀਮੇਟਲੀ ਹੋਇਆ ਕਿ ਜਦੋਂ ਹੋ ਗਏ ਛਿੱਤਰ ਫਿਰਿਆ ਤੇ ਫਿਰ ਦੋਵੇਂ ਦੌੜ ਕੇ ਪਰੇ ਨੇ। ਹੁਣ ਅਮਰੀਕਾ ਬਹਾਦਰ ਤੇ ਐਸਾ ਦੌੜਿਆ ਜਿਹਨੂੰ ਕਹਿੰਦੇ ਸਿਰ ਪਰ ਪਾਉਂ ਰੱਖ ਕਰ ਭਾਗਣਾ, ਐਸੇ ਭਾਗੇ ਆ। ਫਿਰ ਬਾਅਦ ਚ ਉਹ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ, ਸਾਡੇ ਕਰਾਚੀ ਵਾਲੇ ਜਿਹੜੇ ਨਾ ਸਾਡੇ ਬਹਾਰੀ ਭਾਈ ਉਰਦੂ ਸਪੀਕਿੰਗ, ਉਹ ਲੜ ਪੈਣ ਨਾ ਕਿਸੇ ਨਾਲ, ਪੰਜਾਬੀ ਪੰਜੂਬੀ ਨੇ ਜਾਂ ਕਿਸੇ ਪਠਾਨ ਨਾਲ, तो ਕਹਿਣਗੇ ਅਬ 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 ਮਾਰ ਕੇ ਦੇਖ, ਉਹ ਫਿਰ ਦੋ ਹੂਰੇ ਜੜ ਦੇਗਾ। ਫਿਰ ਕਹਿਣਗੇ ਅਬ ਮਾਰ ਕੇ ਦੇਖ, ਉਹ ਫਿਰ ਦੋ ਜੜ ਦੇਗਾ। ਫਿਰ ਕਹਿਣਗੇ ਅਬ ਮਾਰ ਕੇ ਦੇਖ। ਅਮਰੀਕਾ ਦਾ ਵੀ ਇਹ ਹਾਲ ਆ ਕਿ ਹੂਰੇ ਖਾਈ ਜਾਂਦਾ ਤੇ ਫਿਰ ਕਹੀ ਜਾਂਦਾ ਮੈਂ ਨਹੀਂ ਮਾਨੂ, ਮੈਂ ਇਹ ਕਰ ਦੇਣਾ, ਮੈਂ ਬਹਿਰੀ ਨਾਕਾਬੰਦੀ ਕਰ ਦੇਣਾ, ਮੈਂ ਹਵਾਈ ਨਾਕਾਬੰਦੀ ਕਰ ਦੇਣੀ ਆ, ਮੈਂ ਸ਼ਹਿਰ ਤਹਿਸ ਨਹਿਸ ਕਰ ਦੇਣੇ ਆ, ਮੈਂ ईरान ਨੂੰ ਸਟੋਨ ਏਜ ਚ ਯਾਨੀ ਪਥਰੀਲੇ ਇਲਾਕੇ ਚ ਭੇਜ ਦੇਣਾ, ਪੱਥਰ ਦੇ ਜ਼ਮਾਨੇ ਚ ਭੇਜ ਦੇਣਾ। ਲੇਕਿਨ ਹੁਣ ਕੀ ਆ, ਹੁਣ ਤਰਲੇ ਲੈਂਦਾ ਫਿਰਦਾ। ਔਰ ਅੱਲਾ ਦਾ ਸ਼ੁਕਰ ਆ ਵੀ ਸਾਡੇ ਜਰਨੈਲ ਦੇ ਤਰਲੇ ਕਰਦੇ ਆ, ਇੱਧਰਲਿਆਂ ਉਧਰਲਿਆਂ ਤੇ ਨਹੀਂ ਕਰਦਾ। ਲੇਕਿਨ ਇਹ ਤਰਲੇ ਵਿਚਾਰਾ ਜਦੋਂ ਇਹ ਸਾਡੇ ਜਰਨੈਲ ਦਾ ਕਰ ਰਿਹਾ ਤੇ ਇੰਡੀਆ ਵਾਲਿਆਂ ਦੇ ਢਿੱਡ 'ਚ ਵੱਟ ਫਿਰਨ ਡਿਆ, ਤੇ ਉਹਨਾਂ ਦੇ ਢਿੱਡ 'ਚ ਦਰਦਾਂ ਉੱਠਣ ਡਈਆਂ, ਤੇ ਉਹਨਾਂ ਦੇ ਲਾਲਾ ਹੋਣ ਡਈ। ਦੇਖੋ ਦੋਸਤੋ, ਬੜੀ ਸਾਦਾ ਜੀ ਗੱਲ ਹੈ। ਅਗਰ ਇਹੀ ਚੀਜ਼ ਅਮਰੀਕਾ ਪਹਿਲੇ ਸਮਝ ਜਾਂਦਾ ਛਿੱਤਰ ਖਾਣ ਤੋਂ ਨੂੰ ਕਹਿੰਦੇ ਨਾ 100 ਛਿੱਤਰ ਵੀ ਖਾਦਾ ਤੇ 100 ਗੰਢਾ ਵੀ ਖਾਦਾ। ਇਸ ਤਰ੍ਹਾਂ ਅਮਰੀਕਾ ਨੂੰ ਅਸਲ 'ਚ ਬਹੁਤ ਬੜੀ ਗਲਤ ਫਹਿਮੀ ਸੀ, ਔਰ ਇਸ ਗਲਤ ਫਹਿਮੀ ਦਾ ਸਭ ਤੋਂ ਵੱਡਾ ਮੂਜਬ ਜਿਹੜਾ ਸਭ ਤੋਂ ਬੜਾ ਸਬਬ ਸੀ, ਉਹ ਇਸਰਾਈਲ ਸੀ। ਇਸਰਾਈਲ ਨੇ ਜਿਹੜੀ ਪੱਟੀ ਪੜਾਈ ਸੀ ਨਤਨਯਾਹੂ ਨੇ ਸਦਰ ਟਰੰਪ ਨੂੰ, ਕਿ ਅਸੀਂ ਫਾਇਰਿੰਗ ਕਰਨੀ ਆ, ਬੰਬਾਰੀ ਕਰਨੀ ਆ, ਮਿਜ਼ਾਈਲ 2-4 ਸੁੱਟਣੇ ਨੇ, ਉੱਥੇ ਜਨਾਬ ਰਜੀਮ ਚੇਂਜ ਹੋ ਜਾਣਾ। ਔਰ ਬਾਜ਼ ਔਕਾਤ ਕਹਿੰਦੇ ਆ ਨਾ ਸਿਆਣੇ ਕਿ ਕੁੱਬੇ ਨੂੰ ਲੱਤ ਪਈ ਤਾਂ ਕੁੱਬ ਨਿਕਲ ਗਿਆ। ਈਰਾਨ 'ਚ ਥੋੜਾ ਜਿਹਾ ਫ੍ਰਿਕਸ਼ਨ ਹੈ ਸੀ, ਥੋੜੀ ਜਿਹੀ ਈਰਾਨ ਦੇ ਅੰਦਰ ਇਹ ਮਸਲਾ ਹੈ ਸੀਗਾ ਕਿ ਕੁਝ ਲੋਕ ਐਜੀਟੇਟ ਕਰ ਰਹੇ ਸੀ, ਇhtਜਾਜ ਕਰ ਰਹੇ ਸੀ ਮਹਿੰਗਾਈ ਦੇ ਖਿਲਾਫ। ਲੇਕਿਨ ਮਹਿੰਗਾਈ ਵੀ ਉਹਨਾਂ ਦੀ ਜੈਨੂਇਨ ਪ੍ਰੋਬਲਮ ਸੀ, ਕਿਉਂਕਿ ਪਾਬੰਦੀਆਂ ਲੱਗੀਆਂ ਸੀਗੀਆਂ। ਉਹ ਜਿਸ ਵੇਲੇ ਇਹ ਬੰਬਾਰੀ ਨੇ ਸ਼ੁਰੂ ਕਰਤੀ, ਉਹ ਈਰਾਨੀ ਸਾਰੇ ਇਕੱਠੇ ਹੋ ਗਏ। ਉਹ ਇੱਕ ਬਿਲਕੁਲ ਐਵੇਂ ਬਣ ਗਏ ਜਿਸ ਤਰ੍ਹਾਂ ਇੱਕ ਭੁੰਡਾ ਦਾ ਛੱਤਾ ਬਣ ਜਾਂਦਾ। ਉਹ ਛੱਤੇ ਵਾਂਗੂ ਸਾਰੇ ਇਕੱਠੇ ਹੋ ਕੇ ਮੁੜ ਕੇ ਅਮਰੀਕਾ ਔਰ ਇਸਰਾਈਲ ਨੂੰ ਪੈ ਗਏ। ਇਸਰਾਈਲ ਅਮਰੀਕਾ ਨੂੰ ਆਪਣੀ ਪੈ ਗਈ, ਔਰ ਉੱਥੋਂ ਦੀ ਹਕੂਮਤ ਨੂੰ ਇੰਨੀ ਬਿਹਤਰੀਨ ਫੁਟਿੰਗ ਮਿਲੀ, ਔਰ ਨਾ ਸਿਰਫ ਆਪਣੇ ਲੋਕਾਂ ਤੋਂ, ਲੋਕਲ ਲੋਕਾਂ ਤੋਂ, ਆਪਣੇ ਇਰਾਨੀਆਂ ਤੋਂ, ਬਲਕਿ ਸਾਰੀ ਦੁਨੀਆ ਚੋਂ ਹੀ, ਸਵਾਏ ਇੱਕ ਮੁਲਕ ਇਸਰਾਈਲ, ਬਲਕਿ ਇਸਰਾਈਲ 'ਚ ਵੀ ਇਸਰਾਈਲ ਦੇ ਖਿਲਾਫ ਇਤਜਾਜ, ਅਮਰੀਕਾ ਦੇ ਅੰਦਰ ਅਮਰੀਕਾ ਦੇ ਖਿਲਾਫ ਇਤਜਾਜ ਹੋਇਆ, ਬਰਤਾਨੀਆ ਦੇ ਅੰਦਰ ਅਮਰੀਕਾ ਇਸਰਾਈਲ ਦੋਨਾਂ ਦੇ ਖਿਲਾਫ ਹੋਇਆ, ਔਰ ਬਾਕੀ ਯੂਰਪੀਅਨ ਮੁਲਕਾਂ 'ਚ ਵੀ ਇਸ ਤਰ੍ਹਾਂ ਹੋਇਆ। ਅਲਟੀਮੇਟਲੀ ਜੋ ਉਮੀਦ ਲੈ ਕੇ ਆਏ ਸੀ ਕਿ ਅਸੀਂ ਜਨਾਬ ਰਿਜੀਮ ਚੇਂਜ ਕਰ ਦਿਆਂਗੇ, ਅਸੀਂ ਜਨਾਬ ਹਕੂਮਤ ਆਪਣੀ ਮਰਜ਼ੀ ਦੇ ਬੰਦੇ ਲੈ ਆਵਾਂਗਾ। ਇੱਕ ਬਾਂਦਰ ਜਿਹਾ ਉੱਥੇ ਕੋ ਬੈਠਾ ਵਾ ਅਮਰੀਕਾ 'ਚ, ਜਿਹੜਾ ਬੜਾ ਖੱਪ ਆਉਂਦਾ, ਉਹ ਮੈਂ ਆ ਰਿਹਾ ਤੇ ਮੈਂ ਜਾ ਰਿਹਾ ਤੇ ਮੈਂ ਹਕੂਮਤ ਸੰਭਾਲ ਲੈਣੀ ਆ। ਉਹਦੇ ਸਿਰ 'ਚ ਐਸਾ ਛਿੱਤਰ ਪਿਆ ਜੇ, ਉਹ ਮੁੜ ਕੇ ਉਹਦੀ ਆਵਾਜ਼ ਹੀ ਨਹੀਂ ਕਦੀ ਸੁਣੀ ਕਿ ਉਹ ਬੰਦਾ ਵੀ ਕਿੱਥੇ ਹੈ। ਉਸ ਤੋਂ ਬਾਅਦ ਜਨਾਬ ਫਿਰ ਮੈਂ ਜਨਾਬ ਇਹ ਕਰ ਦੇਣਾ, ਮੈਂ ਜਜ਼ੀਰੇ ਤੇ ਕਬਜ਼ਾ ਕਰਨਾ, ਮੈਂ ਤੇਲ ਬੰਦ ਕਰਨਾ। ਅਗਲੇ ਨੇ ਕਿਹਾ ਤੂੰ ਤੇਲ ਕੀ ਬੰਦ ਕਰਨਾ, ਅਸੀਂ ਤੇਰਾ ਹੀ ਸਭ ਕੁਝ ਬੰਦ ਕਰ ਦੇਣਾ। ਈਰਾਨ ਨੇ ਉਹ ਜਦੋਂ ਆਪਨੇ ਹਰਮਜ਼ ਬੰਦ ਕੀਤੀ ਆ, ਤੇ ਫਿਰ ਜਨਾਬ ਜਿਹੜੇ ਚੰਗੀ ਭਲੀ ਚੱਲਦੀ, ਵੇਖੋ ਬੇਵਕੂਫਾਂ ਦਾ ਹਾਲ, ਬੇਵਕੂਫਾਂ ਦੇ ਸਿਰਾਂ ਤੇ ਸਿੰਗ ਨਹੀਂ ਹੁੰਦੇ। ਦੇਖੋ ਆਪਨੇ ਹਰਮਜ਼ ਬਿਲਕੁਲ ਚੱਲਣ ਡਈ ਸੀ, ਇਹਨਾਂ ਹਮਲਾ ਕਰਕੇ ਤਾਂ ਉਹਨੂੰ ਰੁਕਵਾਤਾ, ਸਾਰੀ ਦੁਨੀਆ ਵਾਸਤੇ ਮੁਸੀਬਤ ਬਣਾਤੀ। ਅੱਛਾ, ਜਿਸ ਵੇਲੇ ਈਰਾਨ ਨੇ ਕਿਹਾ ਚਲੋ ਠੀਕ ਆ, ਮੈਂ ਆਪਣੇ ਦੋਸਤਾਂ ਵਾਸਤੇ, ਆਪਣੇ ਲੋਕਾਂ ਵਾਸਤੇ, ਦੁਨੀਆ ਵਾਸਤੇ ਇੱਕ ਸਹੂਲਤ ਦਿੰਨਾ ਕਿ ਅਸੀਂ ਰਸਤਾ ਦੇ ਦਿੰਨੇ ਆ ਤੇਲ ਤੋਂ, ਲੇਕਿਨ ਮੇਰੇ ਚੂੰਕਿ ਮਲਕੀਅਤ 'ਚ ਆਪਨੇ ਹਰਮਜ਼, ਲਿਹਾਜ਼ਾ ਮੈਨੂੰ ਉੱਥੇ ਟੈਕਸ ਦਿਓ, ਜਿਸ ਤਰ੍ਹਾਂ ਸਾਡੇ ਨਹੀਂ ਦਿੰਦੇ। ਹਰ ਸੜਕ ਦੇ ਉੱਤੇ ਟੈਕਸ ਵਾਲੇ ਬੈਠੇ ਨੇ, ਹਰ ਸ਼ਹਿਰ ਦੇ ਨੁਕਰਾਂ ਦੇ ਵਿੱਚ ਟੈਕਸ ਵਾਲੇ ਬੈਠੇ ਨੇ। ਤੇ ਉਹ ਅਗਰ ਬਹਿ ਗਿਆ ਤਾਂ ਕਿਹੜੀ ਆਖਰ ਆ ਗਈ ਆ। ਅਮਰੀਕਾ ਨਹੀਂ ਟੈਕਸ ਲੈਂਦਾ, ਉਹ ਸਾਊਦੀ ਅਰਬ ਕੋ ਟੈਕਸ ਲੈਂਦਾ, ਉਹ ਜਨਾਬ ਕਤਰ ਤੋਂ ਲੈਂਦਾ, ਕੁਵੈਤ ਤੋਂ ਲੈਂਦਾ, ਬਹਿਰੇਨ ਤੋਂ ਲੈਂਦਾ, ਅਬੂ ਧਾਬੀ ਤੋਂ ਲੈਂਦਾ, ਦੁਬਈ ਤੋਂ ਲੈਂਦਾ, ਜਿੰਨੇ ਵੀ ਮੁਲਕ ਨੇ ਸਾਰਿਆਂ ਕੋਲ ਲੈਂਦਾ।
ਤੇ ਜਦੋਂ ਉਹਨੂੰ ਕੀ ਤਕਲੀਫ ਆ ਜੇ ਅਗਰ ਈਰਾਨ ਟੈਕਸ ਲੈ ਲੈਂਦਾ ਤੇ? ਹੁਣ ਜਨਾਬ ਮੈਂ ਟੈਕਸ ਨਹੀਂ ਲੈਣ ਦੇਣਾ, ਹੁਣ ਅਗਲੇ ਤੁੰਨ ਕੇ ਟੈਕਸ ਵੀ ਲਈ ਜਾਂਦੇ ਨੇ, ਮੈਂ ਜੀ ਨਾਕਾਬੰਦੀ ਕਰ ਦੇਣੀ ਆ। ਉਹ ਜਹਾਜ਼ ਜਿਹੜਾ ਬਚਾ ਬਚਾ ਕੇ ਪਰੇ ਪਰੇ ਖਾਂਡੇ ਆ, ਉਹ ਜਿਸ ਤਰ੍ਹਾਂ ਅਬ ਮਾਰ ਬਹਾਰੀਆਂ ਵਾਲੀ ਗੱਲ, ਅਬ ਮਾਰ ਨਾਲ ਛਿੱਤਰ ਖਾਈ ਜਾਣ ਡਿਆ, ਨਾਲੇ ਕਹੀ ਜਾਂਦਾ ਅਬ ਮਾਰ। ਤੇ ਹੁਣ ਅੱਲਾ ਦਾ ਸ਼ੁਕਰ ਹੈ ਕਿ ਉਮੀਦ ਬਣੀ ਆ ਫਿਰ ਕਿ ਫਿਰ ਹੁਣ ਸਾਡੇ ਉਹਨੇ ਤਰਲਾ ਦੁਬਾਰਾ ਕੀਤਾ ਵਾ, ਹੁਣ ਤਰਲਾ ਪ੍ਰੋਗਰਾਮ ਤੇ ਆ ਵਿਚਾਰਾ, ਅੱਛੀ ਗੱਲ ਆ। ਚਲੋ ਕਮ ਸੇ ਕਮ ਉਹ ਸਿਰ ਚੋਂ ਉਹਦੀ ਗਰਦਨ ਚੋਂ ਉਹ ਸਰੀਆ ਤੇ ਨਿਕਲਿਆ, ਬਲਕਿ ਗਾਡਰ ਹੀ ਸੀ, ਸਰੀਆ ਨਹੀਂ ਸੀ, ਗਾਡਰ ਸੀਗਾ, ਉਹ ਗਾਡਰ ਨਿਕਲਿਆ। ਹੁਣ ਜਰਨੈਲ ਸਾਹਿਬ ਦੇ ਕਰ ਲੈ ਤਰਲੇ ਕਿ ਮੇਰੀ ਕੋਈ ਸੁਲ੍ਹਾ ਕਰਾ। ਹੁਣ ਜਰਨੈਲ ਸਾਹਿਬ ਈਰਾਨ ਤਸ਼ਰੀਫ ਲੈ ਗਏ ਨੇ ਤੇ ਜਨਾਬ ਸਾਡੇ ਉਹ ਜਿਹੜੇ ਹੈ ਨੇ ਸੋ ਕਾਲਡ ਵਜ਼ੀਰ ਆਜ਼ਮ ਸਾਹਿਬ, ਉਹ ਸਾਊਦੀ ਅਰਬ ਚਲੇ ਗਏ ਨੇ। ਤੇ ਵੇਖੋ ਹੁਣ ਕਿੱਥੇ ਕਿੱਥੇ ਕੀ ਕੀ ਕਹਾਣੀਆਂ ਪੈਂਦੀਆਂ ਨੇ। ਲੇਕਿਨ ਉਮੀਦ ਬੜੀ ਆ, ਕਿਉਂਕਿ ਜਦੋਂ ਮੱਛੀ ਉਹ ਠੋਕਰ ਖਾ ਕੇ ਮੁੜਦੀ ਆ ਨਾ, ਫਿਰ ਉਹਦਾ ਦਿਮਾਗ ਕੋਈ ਠਿਕਾਣੇ ਆ ਜਾਂਦਾ। ਔਰ ਮੇਰਾ ਖਿਆਲ ਆ ਵੀ ਈਰਾਨ ਦਾ ਸੌਰੀ ਇਹਦਾ ਅਮਰੀਕਾ ਦਾ ਦਿਮਾਗ ਟਿਕਾਣੇ ਆ ਗਿਆ ਹੋਵੇਗਾ। ਲੇਕਿਨ ਇਹ ਜ਼ਿੰਦਗੀ 'ਚ ਯਾਦ ਰੱਖਿਓ ਦੋਸਤੋ, ਇਹ ਕਿਸੇ ਦੇ ਦੋਸਤ ਨਹੀਂ ਹੋ ਸਕਦੇ ਅਮਰੀਕਾ ਇਸਰਾਈਲ। ਇਹਦੇ 'ਚ ਕੋਈ ਸਾਜ਼ਿਸ਼ ਨਾ ਹੋਵੇ, ਇਹ 'ਚ ਕੋਈ ਸ਼ਰਾਰਤ ਨਾ ਹੋਵੇ, ਇਹ 'ਚ ਕੋਈ ਖੌਫ ਨਾ ਇਹਨਾਂ ਦਾ ਆਪਰੇਸ਼ਨ ਨਾ ਹੋਵੇ। ਇਹ ਵੀ ਈਰਾਨ ਨੂੰ ਔਰ ਸਾਡੇ ਜਰਨੈਲ ਨੂੰ ਔਰ ਸਾਡੇ ਬਾਕੀ ਦੋਸਤ ਜਰਬਾਬ ਜਿਹੜੇ ਸੁਲ੍ਹਾ ਦੇ ਵਿੱਚ ਚੱਲ ਰਹੇ ਨੇ, ਉਹਨਾਂ ਨੂੰ ਵੀ ਇਹਦਾ ਖਿਆਲ ਰੱਖਣਾ ਚਾਹੀਦਾ। ਕਿਉਂਕਿ ਮੀਡੀਏਟਰ ਜਿਹੜਾ ਹੁੰਦਾ ਜਾਂ ਸਾਲਿਸ ਜਿਹੜਾ ਹੁੰਦਾ ਜਾਂ ਜਿਹੜਾ ਸੁਲ੍ਹਾ ਕਰਵਾਉਣ ਵਾਲਾ ਹੁੰਦਾ, ਉਹਦਾ ਵੀ ਬੜੀ ਜ਼ਿੰਮੇਵਾਰੀ ਹੁੰਦੀ ਆ। ਕਿਉਂਕਿ ਅਗਰ ਉਧਰੋਂ ਕੋਈ ਜ਼ਿਆਦਾ ਵੀ ਇਹਨੂੰ ਕਰੇਗਾ तो फिर भी करना पड़ेगा। लेकिन उम्मीद है कि ईरान तो नहीं करेगा, क्योंकि ईरान बड़ा एक मुसलमान मुल्क है और मुसलमान ने मुसलमानों की तरह वो वादा खिलाफी नहीं करनगे। लेकिन अमरीका तो बिल्कुल कोई उम्मीद नहीं और इसराइल तो उम्मीद का नामो निशान तक नहीं है। क्योंकि ये अगर सुलह होने का कोई चक्कर चलता, मुज़ाकरात होंदे ने, इसराइल कोई ना कोई पंगा फिर पाएगा, कोई ना कोई विच हराम तो फिर करेगा और वो फिर एक बनया बनाया खेल खराब हो जाएगा। अल्लाह ताला साडी मदद फरमाए, अल्लाह पाकिस्तान की ईरान की हिफाजत फरमाए और साढ़े अहले ईरान और पाकिस्तान की हिफाजत फरमाए। अल्लाह हाफिज़, अस्सलाम वालेकुम।